ਗੁੱਡ ਮਾਰਨਿੰਗ ਚਿਲਡਰਨ। ਅੱਜ ਅਸੀਂ ਕਰਾਂਗੇ ਸਾਡਾ ਪੰਜਾਬੀ ਦਾ ਅਗਲਾ ਪਾਠ ਨੰਨੀ ਕਲੀ। ਇਸ ਪਾਠ ਦਾ ਜਿਹੜਾ ਮੇਨ ਉਦੇਸ਼ ਹੈ ਉਹ ਵਿਦਿਆਰਥੀਆਂ ਨੂੰ ਇਹ ਦੱਸਣਾ ਹੈ ਕਿ ਅੱਜ ਦੇ ਸਮਾਜ ਵਿੱਚ ਲੜਕੀਆਂ ਵੀ ਓਨੀਆਂ ਹੀ ਜ਼ਰੂਰੀ ਹਨ ਜਿੰਨੇ ਕਿ ਲੜਕੇ। ਜਿਹੜੇ ਲੋਕ ਲੜਕੀਆਂ ਦੀ ਕਦਰ ਨਹੀਂ ਕਰਦੇ ਉਹ ਲੋਕ ਸਮਾਜ ਦੇ ਦੁਸ਼ਮਣ ਹੁੰਦੇ ਹਨ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਡਰਦੇ ਹਨ ਕਿ ਸਾਡੇ ਬਾਰ-ਬਾਰ ਕੀ ਹੈ ਘਰ ਲੜਕੀਆਂ ਜੰਮੀ ਜਾਂਦੀਆਂ ਨੇ, ਤਾਂ ਉਹ ਕਈ ਵਾਰ ਤਾਂ ਲੜਕੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸਨੂੰ ਕੁੱਖ ਦੇ ਵਿੱਚ ਹੀ ਮਰਵਾ ਦਿੰਦੇ ਹਨ, ਮਾਂ ਦੇ ਗਰਭ ਦੇ ਵਿੱਚ ਹੀ ਉਸਨੂੰ ਮਰਵਾ ਦਿੰਦੇ ਹਨ। ਤਾਂ ਇਹ ਜਿਹੜੀ ਕਹਾਣੀ ਹੈ ਉਹ ਇਸੇ 'ਤੇ ਆਧਾਰਿਤ ਹੈ। ਇਸ ਵਿੱਚ ਇੱਕ ਛੋਟੀ ਜਿਹੀ ਕੁੜੀ ਪ੍ਰੀਤੀ ਕਿਸ ਤਰ੍ਹਾਂ ਇੱਕ ਨੰਨੀ ਕਲੀ ਯਾਨੀ ਕਿ ਇੱਕ ਛੋਟੀ ਬੱਚੀ ਨੂੰ ਬਚਾਉਂਦੀ ਹੈ ਅਤੇ ਫਿਰ ਕਿਸ ਤਰ੍ਹਾਂ ਉਸਨੂੰ ਸਨਮਾਨ ਪ੍ਰਾਪਤ ਹੁੰਦਾ ਹੈ। ਹਾਂਜੀ, ਕਹਾਣੀ ਹੈ ਪ੍ਰੀਤੀ ਇੱਕ ਬਹਾਦਰ ਬੱਚੀ ਸੀ। ਉਹ 6ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਹ ਆਪਣੇ ਪਿੰਡ ਦੇ ਨੇੜਲੇ ਸ਼ਹਿਰ, ਨੇੜਲੇ ਮੀਨਸ ਨਜ਼ਦੀਕ, ਜਿਹੜੇ ਬਿਲਕੁਲ ਕੋਲ ਹੈ, ਸ਼ਹਿਰ ਵਿੱਚ ਸਾਈਕਲ 'ਤੇ ਪੜ੍ਹਨ ਜਾਂਦੀ ਸੀ। ਪ੍ਰੀਤੀ ਨੂੰ ਗਾਉਣ ਦਾ ਬੜਾ ਸ਼ੌਂਕ ਸੀ। ਉਸ ਦੀ ਆਵਾਜ਼ ਬਹੁਤ ਹੀ ਸੁਰੀਲੀ ਸੀ, ਬੜੀ ਮਿੱਠੀ ਆਵਾਜ਼ ਸੀ ਉਸਦੀ। ਸਕੂਲ ਵਿੱਚ ਜਦੋਂ ਵੀ ਗਾਇਨ ਮੁਕਾਬਲਾ ਹੁੰਦਾ ਪਹਿਲਾ ਇਨਾਮ ਉਸਨੂੰ ਹੀ ਮਿਲਦਾ ਸੀ। ਪਿਛਲੇ ਸਾਲ ਵਾਂਗ ਇਸ ਸਾਲ ਵੀ, ਅਰਥਾਤ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰਤਾ ਦਿਵਸ 'ਤੇ ਉਸਨੇ ਆਪਣੀ ਟੀਮ ਨਾਲ ਰਾਸ਼ਟਰੀ ਗਾਨ ਗਾਉਣਾ ਸੀ। ਗਣਤੰਤਰਤਾ ਦਿਵਸ ਨੇੜੇ ਆ ਰਿਹਾ ਸੀ। ਸਮਾਰੋਹ ਸ਼ਹਿਰ ਦੇ ਵੱਡੇ ਮੈਦਾਨ ਵਿੱਚ ਹੋਣਾ ਸੀ। ਜਿਹੜਾ ਪ੍ਰੋਗਰਾਮ ਸੀ ਗਣਤੰਤਰਤਾ ਦਿਵਸ ਦਾ ਉਹ ਸ਼ਹਿਰ ਦੇ ਇੱਕ ਵੱਡੇ ਮੈਦਾਨ ਦੇ ਵਿੱਚ ਹੋਣਾ ਸੀ। ਪ੍ਰੀਤੀ ਨੇ ਆਪਣੀ ਟੀਮ ਨੂੰ ਰਾਸ਼ਟਰੀ ਗਾਨ ਦਾ ਪੂਰਾ ਅਭਿਆਸ ਕਰਾਇਆ ਹੋਇਆ ਸੀ। ਪੂਰੀ ਪ੍ਰੈਕਟਿਸ ਕਰਵਾਈ ਹੋਈ ਸੀ ਉਸਨੇ ਕਿ ਕਿਸ ਤਰ੍ਹਾਂ ਗਾਣਾ ਹੈ। ਇੱਕ ਦਿਨ ਪ੍ਰੀਤੀ ਨੇ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਇੱਕ ਪੁਸਤਕ ਪੜ੍ਹੀ। ਉਹ ਜਾਣਨਾ ਚਾਹੁੰਦੀ ਸੀ ਕਿ ਜਿਸ ਰਾਸ਼ਟਰੀ ਗਾਨ ਨੂੰ ਉਹ ਛੋਟੀ ਹੁੰਦੀ ਗਾਉਂਦੀ ਆ ਰਹੀ ਹੈ ਉਸ ਬਾਰੇ ਜਾਣੇ ਤਾਂ ਸਹੀ ਕਿ ਰਾਸ਼ਟਰੀ ਗਾਨ ਕੀ ਹੈ, ਕਦੋਂ ਲਿਖਿਆ ਗਿਆ, ਕਿਸ ਨੇ ਲਿਖਿਆ ਗਿਆ। ਮੀਨਸ ਉਹਦੇ ਮਨ ਦੇ ਵਿੱਚ ਕੁਝ ਸਵਾਲ ਪੈਦਾ ਹੋ ਰਹੇ ਸਨ ਜਿਨ੍ਹਾਂ ਦਾ ਉਹ ਜਵਾਬ ਲੱਭ ਰਹੀ ਸੀ। ਉਸ ਨੂੰ ਪਤਾ ਲੱਗਾ ਕਿ ਇਸ ਰਾਸ਼ਟਰੀ ਗਾਨ ਦੀ ਰਚਨਾ ਮਹਾਕਵੀ ਰਵਿੰਦਰਨਾਥ ਟੈਗੋਰ ਜੀ ਨੇ ਕੀਤੀ ਸੀ। ਇਹ ਬੰਗਲਾ ਭਾਸ਼ਾ ਦੇ ਇੱਕ ਰਸਾਲੇ ਵਿੱਚ ਭਾਰਤ ਵਿਧਾਤਾ ਸਿਰਲੇਖ ਹੇਠ ਛਪਿਆ ਹੋਇਆ ਸੀ। ਗਣਤੰਤਰਤਾ ਦਿਵਸ ਵਿੱਚ ਕੇਵਲ ਇੱਕ ਹੀ ਦਿਨ ਬਾਕੀ ਰਹਿ ਗਿਆ ਸੀ। ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਸਾਰੇ ਵਿਦਿਆਰਥੀਆਂ ਨੂੰ ਸਵੇਰੇ 7 ਵਜੇ ਤੱਕ ਸਕੂਲ ਪਹੁੰਚਣ ਦਾ ਆਦੇਸ਼ ਸੀ, ਕਿਉਂਕਿ ਉੱਥੇ ਜਾ ਕੇ ਉਹਨਾਂ ਨੇ ਪ੍ਰੈਕਟਿਸ ਵੀ ਕਰਨੀ ਸੀ। ਇਸ ਕਰਕੇ ਇਸ ਦਿਨ ਉਹਨਾਂ ਨੂੰ ਜਲਦੀ ਬੁਲਾਇਆ ਸੀ। ਉਸ ਦਿਨ ਪ੍ਰੀਤੀ ਨੇ ਨਹਾ ਧੋ ਕੇ ਨਾਸ਼ਤਾ ਕੀਤਾ। ਉਸਨੇ ਆਪਣਾ ਸਾਈਕਲ ਚੁੱਕਿਆ ਅਤੇ ਸ਼ਹਿਰ ਵੱਲ ਨੂੰ ਰਵਾਨਾ ਹੋ ਗਈ ਮੀਨਸ ਸ਼ਹਿਰ ਵੱਲ ਨੂੰ ਤੁਰ ਪਈ, ਚੱਲ ਪਈ। ਅਜੇ ਉਹ ਸ਼ਹਿਰ ਕੋਲ ਪੁੱਜੀ ਹੀ ਸੀ ਕਿ ਉਸਨੂੰ ਸੜਕ ਦੇ ਕਿਨਾਰੇ ਝਾੜੀਆਂ ਵਿੱਚੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਆਪਣਾ ਸਾਈਕਲ ਉੱਥੇ ਹੀ ਖੜ੍ਹਾ ਕੀਤਾ। ਉਸਨੇ ਇੱਕ ਝਾੜੀ ਪਿੱਛੇ ਜਾ ਕੇ ਵੇਖਿਆ ਤਾਂ ਦੰਗ ਰਹਿ ਗਈ। ਦੰਗ ਮੀਨਸ ਹੈਰਾਨ ਰਹਿ ਗਈ। ਕੱਪੜੇ ਵਿੱਚ ਲਿਪਟਿਆ ਇੱਕ ਛੋਟਾ ਜਿਹਾ ਬੱਚਾ ਚੀਕ ਰਿਹਾ ਸੀ। ਚੀਕ ਮੀਨਸ ਰੋ ਰਿਹਾ ਸੀ। ਹੈ ਬੱਚਾ ਇੱਥੇ ਕਿਵੇਂ? ਪ੍ਰੀਤੀ ਦੇ ਮਨ ਵਿੱਚ ਇੱਕਦਮ ਕਈ ਸਵਾਲ ਪੈਦਾ ਹੋ ਗਏ। ਇਸ ਦੀ ਮਾਂ ਕਿੱਥੇ ਹੈ? ਉਹ ਇਸ ਨੂੰ ਇੱਥੇ ਕਿਉਂ ਛੱਡ ਗਈ ਕਿ ਬੱਚਾ ਇਕੱਲਾ ਝਾੜੀਆਂ ਵਿੱਚ ਪਿਆ? ਇਹਦੀ ਮਾਂ ਇੱਥੇ ਕਿਉਂ ਸੁੱਟ ਗਈ ਹੈ ਇਹਨੂੰ? ਇੱਧਰ ਉੱਧਰ ਰਿੜਨ ਕਾਰਨ ਝਾੜੀਆਂ ਨੇ ਉਸ ਬੱਚੇ ਦਾ ਸਰੀਰ ਪੱਛ ਦਿੱਤਾ ਸੀ। ਪੱਛ ਦਿੱਤਾ ਮੀਨਸ ਪੂਰੀ ਤਰ੍ਹਾਂ ਉਹ ਛਿੱਲਿਆ ਗਿਆ ਸੀ। ਉਸ 'ਤੇ ਕੀ ਹੈ, ਜ਼ਖਮ ਹੋ ਗਏ ਸਨ। ਪ੍ਰੀਤੀ ਨੇ ਸਮਾਂ ਖਰਾਬ ਕਰਨਾ ਠੀਕ ਨਾ ਸਮਝਿਆ। ਉਸਨੇ ਹਿੰਮਤ ਕੀਤੀ ਅਤੇ ਕੱਪੜੇ ਵਿੱਚ ਲਿਪਟੇ ਬੱਚੇ ਨੂੰ ਹੱਥਾਂ ਵਿੱਚ ਚੁੱਕ ਲਿਆ। ਉਹ ਸੜਕ 'ਤੇ ਆ ਗਈ। ਉਹ ਬੱਚੇ ਨੂੰ ਹੌਲੀ ਹੌਲੀ ਸਹਿਲਾਉਣ ਲੱਗੀ। ਸਹਿਲਾਉਣ ਮੀਨਸ ਉਹਦੇ ਪਿਆਰ ਨਾਲ ਉਹਦੇ ਸਰੀਰ 'ਤੇ ਹੱਥ ਫੇਰਨ ਲੱਗੀ। ਉਹ ਇੱਧਰ ਉੱਧਰ ਕਿਸੇ ਦੇ ਆਉਣ ਦੀ ਉਡੀਕ ਕਰਨ ਲੱਗੀ, ਪਰ ਕਾਫੀ ਦੇਰ ਤੱਕ ਉਸਨੂੰ ਕੋਈ ਵੀ ਨਜ਼ਰ ਨਹੀਂ ਆਇਆ। ਅਚਾਨਕ ਉਸ ਦੀ ਨਜ਼ਰ ਆਪਣੇ ਪਿੰਡ ਵੱਲੋਂ ਸ਼ਹਿਰ ਨੂੰ ਆਉਂਦੀ ਹੋਈ ਇੱਕ ਕਾਰ ਉੱਤੇ ਪਈ। ਪ੍ਰੀਤੀ ਨੂੰ ਨਹੀਂ ਸੀ ਪਤਾ ਕਿ ਉਸ ਕਾਰ ਵਿੱਚ ਕੌਣ ਹੈ। ਉਸਨੇ ਝਟਪਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਝਟਪਟ ਮੀਨਸ ਉਸੇ ਟਾਈਮ, ਫਟਾਫਟ।
ਕਾਰ ਰੁਕ ਗਈ। ਕਾਰ ਦੇ ਅੰਦਰ ਬੈਠੇ ਇੱਕ ਆਦਮੀ ਨੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ। ਪ੍ਰੀਤੀ ਨੇ ਉਸ ਆਦਮੀ ਨੂੰ ਝੱਟ ਪਛਾਣ ਲਿਆ। ਇਹ ਉਹਦੇ ਪਿੰਡ ਦੇ ਸਰਪੰਚ ਸਾਹਿਬ ਸਨ। ਉਹ ਵੀ ਗਣਤੰਤਰਤਾ ਦਿਵਸ ਵਾਲੇ ਸਮਾਗਮ ਵਿੱਚ ਭਾਗ ਲੈਣ ਲਈ ਸ਼ਹਿਰ ਵੱਲ ਜਾ ਰਹੇ ਸਨ। ਪ੍ਰੀਤੀ ਨੇ ਕਿਹਾ, ਅੰਕਲ ਜੀ, ਮੈਂ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਜਾ ਰਹੀ ਸਾਂ। ਇੱਥੋਂ ਲੰਘਦੀ ਨੇ ਅਚਾਨਕ ਇਸ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਮੈਂ ਸਾਈਕਲ ਰੋਕ ਕੇ ਵੇਖਿਆ, ਇਹ ਬੱਚੀ ਝਾੜੀਆਂ ਪਿੱਛੇ ਉੱਚੀ ਉੱਚੀ ਰੋ ਰਹੀ ਸੀ। ਆਹ ਵੇਖੋ ਨਾ, ਉਸਨੇ ਕੱਪੜੇ ਵਿੱਚ ਲਿਪਟੇ ਹੋਏ ਬੱਚੇ ਨੂੰ ਦਿਖਾਇਆ। ਓਹੋ, ਇਹ ਤਾਂ ਨੰਨੀ ਕਲੀ ਹੈ। ਸਰਪੰਚ ਸਾਹਿਬ ਨੇ ਇੱਕ ਲੰਮਾ ਹੌਂਕਾ ਭਰਿਆ। ਮੀਨਜ਼ ਇਹ ਤਾਂ ਕਿ ਇਹ ਹਜੇ ਨਵੀਂ ਜੰਮੀ ਬੱਚੀ ਹੈ। ਔਰ ਸਰਪੰਚ ਸਾਹਿਬ ਨੂੰ ਬੜਾ ਹੀ ਇਸ ਗੱਲ ਦਾ ਅਫਸੋਸ ਹੋਇਆ, ਦੁੱਖ ਹੋਇਆ। ਇਸ ਕਰਕੇ ਉਹਨਾਂ ਨੇ ਲੰਬਾ ਸਾਹ ਲਿਆ, ਹੌਂਕਾ ਭਰਿਆ, ਸਾਹ ਲਿਆ। ਉਹ ਪ੍ਰੀਤੀ ਦੇ ਹੱਥੋਂ ਉਸ ਬੱਚੀ ਨੂੰ ਆਪਣੀਆਂ ਬਾਹਾਂ ਵਿੱਚ ਸੰਭਾਲਦੇ ਹੋਏ ਕੁਝ ਪਲ ਲਈ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ। ਡੂੰਘੀ ਸੋਚ ਮੀਨਜ਼ ਬੜੀ ਹੀ ਗਹਿਰੀ ਸੋਚ ਦੇ ਵਿੱਚ ਡੁੱਬ ਗਏ ਕਿ ਦੇਖੋ ਲੋਕ ਕਿਸ ਤਰ੍ਹਾਂ ਆਪਣੀ ਬੱਚੀ ਨੂੰ ਇੱਥੇ ਸੁੱਟ ਗਏ ਹਨ। ਸਰਪੰਚ ਜੀ ਕਹਿਣ ਲੱਗੇ, ਬੇਟੀ ਤੂੰ ਇਸ ਬੱਚੀ ਨੂੰ ਸੰਭਾਲ ਕੇ ਬਹੁਤ ਚੰਗਾ ਕੀਤਾ। ਮੈਂ ਤੇਰੇ ਪਿਤਾ ਜੀ ਨੂੰ ਜਾਣਦਾ ਹਾਂ। ਤੂੰ ਹਰਪਾਲ ਸਿੰਘ ਦੀ ਬੇਟੀ ਹੈ ਨਾ? ਪ੍ਰੀਤੀ ਨੇ ਹਾਂ ਵਿੱਚ ਸਿਰ ਹਿਲਾਇਆ ਕਿ ਹਾਂਜੀ, ਮੈਂ ਹਰਪਾਲ ਸਿੰਘ ਦੀ ਹੀ ਬੇਟੀ ਹਾਂ। ਸਰਪੰਚ ਸਾਹਿਬ ਤੁਰੰਤ ਬੱਚੀ ਨੂੰ ਲੈ ਕੇ ਸ਼ਹਿਰ ਵੱਲ ਰਵਾਨਾ ਹੋ ਗਏ। ਪ੍ਰੀਤੀ ਨੇ ਆਪਣਾ ਸਾਈਕਲ ਚੁੱਕਿਆ ਅਤੇ ਫਿਰ ਤੇਜ਼ੀ ਨਾਲ ਸਮਾਰੋਹ ਵੱਲ ਵਧਣ ਲੱਗੀ। ਪ੍ਰੀਤੀ ਸਮਾਗਮ ਵਿੱਚ ਪੁੱਜੀ ਤਾਂ ਉਸ ਨੂੰ ਦੇਰ ਨਾਲ ਆਈ ਵੇਖ ਕੇ ਇੰਚਾਰਜ ਅਧਿਆਪਕ ਜਿਹੜੇ ਕਲਾਸ ਟੀਚਰ ਸੀ ਉਹ ਕੀ ਹੈ, ਇੱਕਦਮ ਅੱਗ ਬਬੂਲਾ ਹੋ ਗਏ। ਅੱਗ ਬਬੂਲਾ ਹੋਣਾ, ਬੜਾ ਹੀ ਗੁੱਸੇ ਵਿੱਚ ਆ ਜਾਣਾ। ਪਰੰਤੂ ਪ੍ਰੀਤੀ ਚੁੱਪ ਰਹੀ। ਹੁਣ ਤੱਕ ਉਸ ਦੀ ਥਾਂ 'ਤੇ ਕਿਸੇ ਹੋਰ ਸਕੂਲ ਦੀ ਵਿਦਿਆਰਥਣ ਜਿਹੜੀ ਹੈ ਟੀਮ ਨਾਲ ਰਾਸ਼ਟਰੀ ਗਾਨ ਗਾਉਣ ਲਈ ਮੰਚ 'ਤੇ ਪਹੁੰਚ ਚੁੱਕੀ ਸੀ। ਕਿਉਂਕਿ ਉਹ ਲੇਟ ਹੋ ਗਈ ਸੀ, ਇਸ ਲਈ ਉਸ ਨੂੰ ਟੀਮ ਦੇ ਵਿੱਚੋਂ ਕੱਢ ਦਿੱਤਾ ਸੀ। ਰਾਸ਼ਟਰੀ ਗਾਨ ਹੋਇਆ। ਇਸ ਤੋਂ ਬਾਅਦ ਹੋਰ ਦੇਸ਼ ਭਗਤੀ ਦੇ ਗੀਤ ਹੋਏ। ਮੁੱਖ ਮਹਿਮਾਨ ਹੋਰ ਮਹਿਮਾਨਾਂ ਨਾਲ ਗੀਤ ਸੁਣ ਕੇ ਬਹੁਤ ਹੀ ਖੁਸ਼ ਹੋ ਰਹੇ ਸਨ। ਤਦ ਪਿੰਡ ਦੇ ਸਰਪੰਚ ਸਾਹਿਬ ਵੀ ਮੁੱਖ ਮਹਿਮਾਨ ਜੀ ਕੋਲ ਜਾ ਪੁੱਜੇ। ਉਹ ਉਸ ਬੱਚੀ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾ ਆਏ ਸਨ। ਉਹਨਾਂ ਨੇ ਮੁੱਖ ਮਹਿਮਾਨ ਜੀ ਨੂੰ ਸਾਰੀ ਘਟਨਾ ਬਾਰੇ ਉਹਨਾਂ ਦੇ ਕੰਨ 'ਚ ਜਾ ਕੇ ਦੱਸ ਦਿੱਤਾ। ਹੁਣ ਮੁੱਖ ਮਹਿਮਾਨ ਜੀ ਦੇ ਬੋਲਣ ਦੀ ਵਾਰੀ ਸੀ, ਕਿਉਂਕਿ ਐਂਡ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਹੁੰਦੇ ਨੇ ਉਹ ਆਪਣੀ ਸਪੀਚ ਦਿੰਦੇ ਨੇ, 2 ਲਾਈਨਾਂ ਬੋਲਦੇ ਨੇ। ਤਾਂ ਉਹਨਾਂ ਦੀ ਵਾਰੀ ਜਦੋਂ ਆਈ, ਉਹ ਬੋਲ ਰਹੇ ਸਨ, ਅੱਜ ਜਿਹੜੇ ਬੱਚਿਆਂ ਨੂੰ ਅਲੱਗ-ਅਲੱਗ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਸਨਮਾਨਿਤ ਕੀਤਾ ਜਾਂਦਾ ਹੈ, ਉਹਨਾਂ ਨੂੰ ਮੈਂ ਵਧਾਈ ਦਿੰਦਾ। ਜਿਵੇਂ ਕਿ ਐਂਡ ਦੇ ਵਿੱਚ ਜਿਹੜੇ ਚੀਫ ਗੈਸਟ ਹੁੰਦੇ ਨੇ, ਮੁੱਖ ਮਹਿਮਾਨ ਹੁੰਦੇ ਨੇ ਸਾਡੇ, ਉਹ ਬੱਚਿਆਂ ਨੂੰ ਇਨਾਮ ਦਿੰਦੇ ਨੇ ਵੀ ਕੌਣ ਫਸਟ ਆਇਆ ਸੀ, ਕੌਣ ਕਿਸ ਐਕਟੀਵਿਟੀ ਵਿੱਚ ਫਸਟ ਆਇਆ ਸੀ, ਲਾਈਕ ਇਸ ਤਰ੍ਹਾਂ। ਤਾਂ ਉਹਨਾਂ ਨੇ ਇਸੇ ਤਰ੍ਹਾਂ ਕਿਹਾ ਕਿ ਅਲੱਗ-ਅਲੱਗ ਖੇਤਰਾਂ ਵਿੱਚ ਜਿਹੜੇ ਕੀ ਹੈ ਮੱਲਾਂ ਮਾਰੀਆਂ, ਅਰਥਾਤ ਜਿਹੜੇ ਜਿਨ੍ਹਾਂ ਨੇ ਪ੍ਰਾਈਜ਼ ਜਿੱਤੇ, ਉਹਨਾਂ ਨੂੰ ਹੁਣ ਅਸੀਂ ਸਨਮਾਨਿਤ ਕਰ ਰਹੇ ਹਾਂ। ਉਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ। ਪਰ ਅੱਜ ਇੱਕ ਵਿਸ਼ੇਸ਼ ਪੁਰਸਕਾਰ ਦਿੰਦਿਆਂ ਮੈਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਸਰਪੰਚ ਸਾਹਿਬ ਨੇ ਹੁਣੇ ਮੈਨੂੰ ਦੱਸਿਆ ਹੈ ਕਿ 6ਵੀਂ ਜਮਾਤ ਦੀ ਲੜਕੀ ਪ੍ਰੀਤੀ ਨੇ ਸ਼ਹਿਰ ਤੋਂ ਬਾਹਰ ਸੜਕ ਕਿਨਾਰੇ ਝਾੜੀਆਂ ਵਿੱਚ ਪਈ ਇੱਕ ਨੰਨੀ ਬੱਚੀ ਨੂੰ ਬਚਾਉਣ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਉਸ ਬੱਚੀ ਨੂੰ ਸਰਪੰਚ ਸਾਹਿਬ ਹੁਣੇ ਹੀ ਹਸਪਤਾਲ ਦਾਖਲ ਕਰਵਾ ਕੇ ਆਏ ਹਨ। ਅਸੀਂ ਸਮਾਗਮ ਤੋਂ ਬਾਅਦ ਉੱਥੇ ਜਾਵਾਂਗੇ ਤਾਂ ਜੋ ਬੱਚੀ ਨੂੰ ਸਹੀ ਥਾਂ 'ਤੇ ਰੱਖਿਆ ਜਾ ਸਕੇ। ਮੈਂ ਪ੍ਰੀਤੀ ਦਾ ਨਾਮ ਮੁੱਖ ਮੰਤਰੀ ਜੀ ਕੋਲ ਸਿਫਾਰਿਸ਼ ਕਰਕੇ ਭੇਜ ਰਿਹਾ ਹਾਂ ਤਾਂ ਜੋ ਇਸ ਨੂੰ ਬਹੁਤ ਵੱਡੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾ ਸਕੇ। ਉਸ ਦੇ ਨਾਲ ਹੀ ਮੈਂ ਉਸ ਮਾਂ ਨੂੰ ਵੀ ਲਾਹਨਤਾਂ ਪਾਉਣਾ ਹਾਂ। ਉਸ ਮਾਂ ਨੂੰ ਲਾਹਨਤਾਂ ਮੀਨਜ਼ ਮੈਂ ਉਸ ਮਾਂ ਨੂੰ ਬੜੀ ਹੀ ਇੱਕ ਤਰ੍ਹਾਂ ਨਾਲ ਬੇਕਿਸਮਤ ਮਾਂ ਕਹਿਣਾ, ਜਿਸ ਨੇ ਆਪਣੀ ਬੱਚੀ ਨੂੰ ਇਸ ਤਰ੍ਹਾਂ ਝਾੜੀਆਂ ਵਿੱਚ ਸੁੱਟ ਦਿੱਤਾ ਹੈ, ਜਿਸ ਨੇ ਬੱਚੀ ਦੀ ਕਦਰ ਨਾ ਕਰਦਿਆਂ ਉਸ ਨੂੰ ਝਾੜੀਆਂ ਵਿੱਚ ਮਰਨ ਲਈ ਸੁੱਟ ਦਿੱਤਾ। ਮੈਂ ਸਮਾਜ ਨੂੰ ਵੀ ਲਾਹਨਤਾਂ ਪਾਉਣਾ ਹਾਂ ਜੋ ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਰਹੇ ਹਨ। ਪ੍ਰੀਤੀ ਲਈ ਇਹ ਸਭ ਕੁਝ ਅਚੰਭਾ ਸੀ। ਅਚੰਭਾ ਮੀਨਜ਼ ਹੈਰਾਨ ਕਰਨ ਵਾਲੀ ਗੱਲ ਸੀ ਇੱਕ, ਕਿ ਇਹ ਕਿੱਦਾਂ ਹੋ ਗਿਆ, ਕਿੱਦਾਂ ਉਹਨਾਂ ਨੂੰ ਪਤਾ ਚੱਲਿਆ ਔਰ ਕਿਸ ਤਰ੍ਹਾਂ ਮੈਨੂੰ ਇਹ ਮੀਨਜ਼ ਇੰਨਾ ਜ਼ਿਆਦਾ ਸਨਮਾਨ ਦਿੱਤਾ ਜਾ ਰਿਹਾ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਜਦੋਂ ਉਹ ਮੰਚ 'ਤੇ ਇਨਾਮ ਪ੍ਰਾਪਤ ਕਰ ਰਹੀ ਸੀ ਤਾਂ ਪੂਰਾ ਮੈਦਾਨ ਤਾੜੀਆਂ ਨਾਲ ਗੂੰਜ ਰਿਹਾ ਸੀ। ਜਦੋਂ
ਮੰਤਰੀ ਜੀ ਸਟੇਜ ਤੋਂ ਉਤਰੇ, ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਾਫ਼ ਦਿਖ ਰਹੇ ਸਨ। ਤਾਂ ਪਿਆਰੇ ਬੱਚਿਓ, ਇਹ ਸੀ ਸਾਡੀ ਕਹਾਣੀ, ਸਾਡਾ ਪਾਠ ਨੰਨ੍ਹੀ ਕਲੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਕੁੜੀਆਂ ਨੂੰ ਵੀ ਉਹਨਾਂ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਜਿੰਨਾ ਮੁੰਡਿਆਂ ਨੂੰ ਮਿਲ ਰਿਹਾ ਹੈ। ਅਤੇ ਸਮਾਜ ਅਤੇ ਖਾਸ ਕਰਕੇ ਉਹਨਾਂ ਮਾਂ-ਬਾਪ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਧੀਆਂ ਨੂੰ, ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖਾਂ ਵਿੱਚ ਨਾ ਮਾਰੋ, ਅਤੇ ਜੰਮਣ ਤੋਂ ਬਾਅਦ ਵੀ ਜਿਸ ਤਰ੍ਹਾਂ ਇਸ ਕਹਾਣੀ ਵਿੱਚ ਦੱਸਿਆ ਗਿਆ ਕਿ ਉਸ ਬੱਚੀ ਨੂੰ ਕਿਵੇਂ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ ਸੀ, ਇਹ ਬਹੁਤ ਵੱਡਾ ਪਾਪ ਹੈ। ਆਖਰ ਕੁੜੀਆਂ ਵੀ ਤਾਂ ਮਾਂ-ਬਾਪ ਦਾ ਓਨਾ ਹੀ ਖਿਆਲ ਰੱਖਦੀਆਂ ਹਨ, ਬਲਕਿ ਮੁੰਡਿਆਂ ਨਾਲੋਂ ਵੱਧ ਹੀ ਰੱਖਦੀਆਂ ਹਨ, ਮੁੰਡਿਆਂ ਨਾਲੋਂ ਵੱਧ ਉਹਨਾਂ ਨੂੰ ਪਿਆਰ ਕਰਦੀਆਂ ਨੇ। ਇਸ ਕਰਕੇ ਕਦੇ ਵੀ ਸਾਨੂੰ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ। ਕੁੜੀਆਂ ਦਾ ਵੀ ਓਨਾ ਹੀ ਆਦਰ ਮਾਣ ਅਤੇ ਉਹਨਾਂ ਨੂੰ ਪਿਆਰ ਦੇਣਾ ਚਾਹੀਦਾ ਜਿੰਨਾ ਕਿ ਅਸੀਂ ਮੁੰਡਿਆਂ ਨੂੰ ਦਿੰਦੇ ਹਾਂ।